ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੱਜ ਆਪਾਂ ਨੂੰ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਪ੍ਰਾਪਤ ਹੋਇਆ ਹੈ, ਉਹ ਮਹਾਨ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਾਧ ਸੰਗਤ ਜੀ, ਅੱਜ ਦੇ ਇਸ ਪਾਵਨ ਪਵਿੱਤਰ ਫਰਮਾਨ ਅੰਦਰ ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਅਤੇ ਰਹਾਉ ਦੀਆਂ ਪੰਕਤੀਆਂ ਵਿੱਚ ਕਬੀਰ ਸਾਹਿਬ ਜੀ ਉਪਦੇਸ਼ ਦਿੰਦੇ ਹਨ ਕਿ ਹੇ ਭਾਈ, ਉਹ ਜੋ ਰਮਿਆ ਹੋਇਆ ਰਾਮ ਵਾਹਿਗੁਰੂ ਪਰਮੇਸ਼ਰ ਹੈ, ਉਸ ਦਾ ਸਿਮਰਨ ਕਰੋ, ਉਸ ਦਾ ਸਿਮਰਨ ਕਰੋ, ਉਸ ਦਾ ਸਿਮਰਨ ਕਰੋ। ਤਿੰਨ ਵਾਰੀ ਭਗਤ ਜੀ ਨੇ ਇਹ ਦੁਹਰਾਇਆ ਹੈ। ਬਾਰੰਬਾਰ ਇਹ ਦੁਹਰਾਉਣ ਦਾ ਭਾਵ ਹੈ ਭਗਤ ਜੀ ਇਹ ਨਿਸ਼ਚਾ ਕਰਾਉਣਾ ਚਾਹੁੰਦੇ ਹਨ ਕਿ ਕਿਧਰੇ ਜੀਵਨ ਦੇ ਅੰਦਰ ਇਹ ਕੰਮ ਰਹਿ ਨਾ ਜਾਵੇ, ਜ਼ਰੂਰ ਹੀ ਪ੍ਰਮਾਤਮਾ ਦਾ ਸਿਮਰਨ ਕਰੋ। ਸਿਮਰਨ ਦੀਆਂ ਬੜੀਆਂ ਵੱਡੀਆਂ ਬਰਕਤਾਂ ਹਨ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਸੰਪਰਦਾਈ ਮਹਾਂਪੁਰਸ਼ ਇਸ ਨੂੰ ਇਸ ਢੰਗ ਦੇ ਨਾਲ ਬਿਆਨ ਕਰਦੇ ਹਨ। ਸੁਰਤ ਕਰਕੇ ਸਿਮਰਨ ਕਰੋ, ਰਸਨਾ ਕਰਕੇ ਸਿਮਰਨ ਕਰੋ, ਕਰਮਾ ਕਰਕੇ ਸਿਮਰਨ ਕਰੋ। ਜਿਸ ਜੀਵ ਨੇ ਆਪਣੇ ਜੀਵਨ ਕਾਲ ਦੇ ਅੰਦਰ ਬਹੁਤੇ ਪਸਾਰੇ ਹੋਣ, ਉਸ ਵਾਸਤੇ ਬੜਾ ਕਠਿਨ ਹੈ ਕਿ ਉਹ ਸਿਮਰਨ ਕਰ ਸਕੇ। ਸਿਮਰਨ ਵਾਸਤੇ ਮਨੁੱਖ ਨੂੰ ਆਪਣੇ ਆਪ ਨੂੰ ਸੰਕੋਚਣਾ ਪੈਂਦਾ ਹੈ। ਜਿਹੜੇ ਫਾਲਤੂ ਦੇ ਪਸਾਰੇ ਹਨ, ਉਹਨਾਂ ਤੋਂ ਆਪਣੇ ਆਪ ਨੂੰ ਰੋਕਣਾ ਪੈਂਦਾ ਹੈ। ਦੂਸਰਾ, ਰਸਨਾ ਕਰਕੇ ਸਿਮਰਨ ਕਰਨ ਵਾਸਤੇ, ਬਚਨਾ ਕਰਕੇ ਸਿਮਰਨ ਕਰਨ ਵਾਸਤੇ ਰਸਨਾ ਨੂੰ ਰਸਾਂ ਕਸਾਂ ਤੋਂ ਰੋਕਣਾ ਪੈਂਦਾ ਹੈ, ਰਸਨਾ ਨੂੰ ਵਿਅਰਥ ਬੋਲਣ ਤੋਂ ਰੋਕਣਾ ਪੈਂਦਾ ਹੈ, ਰਸਨਾ ਨੂੰ ਨਿੰਦਿਆ ਤੋਂ ਰੋਕਣਾ ਪੈਂਦਾ ਹੈ। ਤਾਂ ਕਿਧਰੇ ਜਾ ਕੇ ਸੁਰਤ ਦੇ ਵਿੱਚ ਸਿਮਰਨ ਚੱਲਦਾ ਹੈ, ਉਸ ਤੋਂ ਪਹਿਲਾਂ ਨਹੀਂ ਚੱਲਦਾ।
ਜੇ ਜੀਵਨ ਨੂੰ ਖੁੱਲ੍ਹਾ ਛੱਡਿਆ ਹੈ, ਵਿਅਰਥ ਦੇ ਕਰਮ ਕਰੀ ਜਾ ਰਿਹਾ ਹੈ, ਵਿਅਰਥ ਬੋਲੀ ਜਾ ਰਿਹਾ ਹੈ, ਵਿਅਰਥ ਖਾਈ ਜਾ ਰਿਹਾ ਹੈ, ਹੋ ਹੀ ਨਹੀਂ ਸਕਦਾ ਵੀ ਸੁਰਤ ਦੇ ਵਿੱਚ ਸਿਮਰਨ ਚੱਲ ਸਕੇ। ਇਸ ਕਰਕੇ ਤਿੰਨ ਰੂਪ ਸੰਪਰਦਾਇ ਮਹਾਂਪੁਰਸ਼ ਇਹ ਬਿਆਨ ਕਰਦੇ ਹਨ। ਕਹਿੰਦੇ ਜਿਹੜਾ ਪਾਣੀ ਹੈ ਜਿਵੇਂ ਧਰਤੀ ਦੀ ਗਹਿਰਾਈ ਦੇ ਵਿੱਚ ਹੈ, ਜਿੱਥੇ ਪਾਣੀ ਬਹੁਤ ਉੱਪਰ ਆ ਜਾਵੇ, ਬਹੁਤ ਉੱਪਰ ਆ ਜਾਵੇ, ਫਿਰ ਉਹ ਧਰਤੀ ਦੇ ਵਿੱਚੋਂ ਪਾਣੀ ਸਿਮਣ ਲੱਗ ਪੈਂਦਾ ਹੈ। ਆਪਣੇ ਆਪ ਹੀ ਧਰਤੀ ਦੇ ਵਿੱਚੋਂ ਪਾਣੀ ਨਿਕਲਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਹਰ ਇੱਕ ਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਹੈ। ਜਿਹੜੇ ਨੇੜੇ ਹੋ ਜਾਂਦੇ ਹਨ ਉਹਨਾਂ ਦੇ ਅੰਦਰ ਫਿਰ ਪਰਮਾਤਮਾ ਦਾ ਨਾਮ ਸਿਮਰਨ ਚੱਲਣ ਲੱਗ ਪੈਂਦਾ ਹੈ। ਪਾਣੀ ਦਾ ਸਿਮਣਾ, ਪਰਮਾਤਮਾ ਦੇ ਨਾਮ ਦਾ ਸਿਮਰਨਾ। ਕਿਉਂਕਿ ਜਿਸ ਵਕਤ ਮਨੁੱਖ ਨੇੜੇ ਹੋ ਜਾਂਦਾ ਹੈ ਉਸ ਵਕਤ ਦੀ ਗੱਲ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਸੁੱਤਿਆਂ ਹੋਇਆਂ, ਉੱਠਦਿਆਂ ਹੋਇਆਂ, ਬੈਠਦਿਆਂ ਹੋਇਆਂ ਸਦਾ ਵਾਸਤੇ ਹੀ ਸਿਮਰਨ ਚੱਲਦਾ ਹੈ। ਜਿਹੜੇ ਨੇੜੇ ਆ ਜਾਂਦੇ ਹਨ, ਜਿਹੜੇ ਆਪਣੇ ਜੀਵਨ ਨੂੰ ਸੰਕੋਚ ਲੈਂਦੇ ਹਨ। ਜੇ ਜੀਵਨ ਦੇ ਵਿੱਚ ਖਲਾਰਾ ਪਾਈ ਚੱਲੋ, ਫਿਰ ਬੜਾ ਕਠਿਨ ਹੈ ਕਿ ਮਨੁੱਖ ਸਿਮਰਨ ਦੀ ਅਵਸਥਾ ਦੇ ਵਿੱਚ ਜਾ ਸਕੇ, ਫਿਰ ਸੁਰਤ ਦੇ ਵਿੱਚ ਸਿਮਰਨ ਚੱਲ ਸਕੇ। ਬੜੀਆਂ ਵੱਡੀਆਂ ਬਰਕਤਾਂ ਸਿਮਰਨ ਦੀਆਂ ਦੱਸੀਆਂ ਹਨ। ਕਹਿੰਦੇ ਇਸ ਤਰੀਕੇ ਦੇ ਨਾਲ ਜਿਨ੍ਹਾਂ ਦੀ ਸੁਰਤ ਦੇ ਵਿੱਚ ਸਿਮਰਨ ਚੱਲਣ ਲੱਗ ਪਵੇ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਆਨ ਦਿਨ ਜਾਗੈ। ਹੁਣ ਆਪਾਂ ਕਹਿੰਦੇ ਆਪਾਂ ਬੜੀ ਬਾਣੀ ਪੜ੍ਹਦੇ ਹਾਂ, ਬੜਾ ਸਿਮਰਨ ਕਰਦੇ ਹਾਂ, ਸਾਡਾ ਤਾਂ ਜਨਮ ਮਰਨ ਦਾ ਗੇੜ ਮੁੱਕਿਆ ਨਹੀਂ, ਸਾਡੇ ਤਾਂ ਕਲਾ ਕਲੇਸ਼ ਮੁੱਕੇ ਕੋਈ ਨਹੀਂ। ਭਾਵ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ, ਹਿਰਦੇ ਦੇ ਗਹਿਰੇ ਤਲ ਦੇ ਵਿੱਚੋਂ ਸਿਮਰਨ ਨਹੀਂ ਕੀਤਾ। ਜੇ ਕਿਧਰੇ ਕੀਤਾ ਹੁੰਦਾ ਫਿਰ ਸਾਰਾ ਕੁਝ ਹੋ ਜਾਣਾ ਸੀ, ਜਿਸ ਦਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਜਿਸ ਤਰ੍ਹਾਂ ਬਚਨ ਹਨ, ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੀਰਾ ਹੱਥ ਦੇ ਉੱਪਰ ਰੱਖਿਆ ਹੋਇਆ ਇੱਕ ਕੱਚ ਦਾ ਟੁਕੜਾ ਹੀ ਪ੍ਰਤੀਤ ਹੁੰਦਾ ਹੈ, ਪਰ ਜਦ ਕੀਮਤ ਪੈਂਦੀ ਹੈ ਭੰਡਾਰੇ ਭਰ ਜਾਂਦੇ ਹਨ। ਜੈਸੇ ਹੁੰਡੀ ਲਰ ਬਾਂਧੇ ਲਾਗਤ ਨਾ ਭਾਰ, ਕਛੂ ਆਗੇ ਜਾਏ ਤੇ ਪਾਈਅਤ ਲక్ష్ਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਦ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਧੰਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਜਿਸ ਵਕਤ ਸ੍ਰੀ ਗੁਰੂ ਹਰਗੋਬਿੰਦਪੁਰ ਸਾਹਿਬ ਜੀ ਦਾ ਜੰਗ ਫਤਿਹ ਕੀਤਾ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਕਿ ਕੋਈ ਗੁਰਸਿੱਖ ਉੱਠੇ, ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਇਕਾਗਰ ਮਨ ਦੇ ਨਾਲ ਸੁਣਾਵੇ। ਦੋ ਗੱਲਾਂ ਆਖੀਆਂ, ਇੱਕ ਸ਼ੁੱਧ ਪਾਠ, ਦੂਸਰਾ ਇਕਾਗਰਤਾ ਦੇ ਨਾਲ ਸੁਣਾਵੇ। ਸੁਧਾਈ ਤਾਂ ਹੈ ਸੀ ਭਾਈ ਗੋਪਾਲਾ ਜੀ ਦੀ, ਪਰ ਫੁਰਨਿਆਂ ਨੂੰ ਰੋਕ ਕੇ ਪਾਠ ਕਰਨਾ, ਫੁਰਨਿਆਂ ਨੂੰ ਰੋਕ ਕੇ ਸਿਮਰਨ ਕਰਨਾ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਇਹ ਕੋਈ ਬੱਚਿਆਂ ਦੀ ਖੇਡ ਨਹੀਂ। ਜਿਸ ਨੇ ਆਪਣੇ ਜੀਵਨ ਨੂੰ ਬਹੁਤ ਸੰਕੋਚਿਆ, ਉਹ ਫੁਰਨਿਆਂ ਤੋਂ ਰਹਿਤ ਹੁੰਦਾ ਹੈ, ਵਰਨਾ ਹੋ ਹੀ ਨਹੀਂ ਸਕਦਾ। ਫੁਰਨੇ ਚੱਲਦੇ ਹਨ, ਬੜੇ ਪਰਬਰ ਰੂਪ ਦੇ ਵਿੱਚ ਅੰਦਰ ਰੌਲਾ ਪਾਉਂਦੇ ਹਨ, ਚੱਲਦੇ ਹਨ। और महाराज जी ने क्या है कि प्रभु की उस्तत करो संत मीत, सावधान इकागर चीत। इकाग्रता दे नाल सिमरन करो, इकाग्रता दे नाल बाणी पढ़ो। कहते उस वक्त भाई गोपाला जी ने श्री जपजी साहिब जी का पाठ सरवण करवाया। बड़ा मन नूं संकोच के रखिया, बड़ा मन नूं संकोच के रखिया, किधरे फुरना ना किधरे सामने कोई आ जावे। पर जद अखीर दे विच गए, कहंदे एक फुरना जिहड़ा सी ना आ ही गया। कि जिहड़े भाई सुभागा जी ने 5 घोड़े सतगुरां नूं भेटा कीते हन, उन्हां 5 दे विचों एक घोड़ा अजे बाकी है। सतगुरु पातशाह जी किधरे वो मैनू दे देण, बड़ा आनंद बने। भाई साहब भाई वीर सिंह जी दे भी जिस तरह वचन हन, वो कहंदे जां मनुख दा मन भूतकाल दीयां यादां दे विच चलिया जांदा है, पिछे चलिया जांदा है, जां फिर कहंदे भविष्य दी चिंता दे विच चलिया जांदा है। संसार दा कोई कार विहार करेगा, मनुख दा मन पूरा इकागर हुंदा है, इकाग्रता दे नाल करदा है। जे ना इकागर होवेगा काम पूरा नहीं हो सकेगा। पता है, इस करके आपां जद संसार दा कार विहार करदे हां, पूरी इकाग्रता दे नाल करदे हां। पर जद बाणी पढ़ते हाँ, जद सिमरन करते हाँ, साडा मन पता नहीं किधर किधर दौड़दा रहिंदा है, फुरनियां दे विच जांदा रहिंदा है। इस करके पूरा पूरा लाभ नहीं मिलता। भाई साहब जी दे बचन हन ना, भाई साहब भाई वीर सिंह जी दे भी बीत गई दी याद पई हड्डां नूं खावे, आउण वाले दा सहम पिया दिल नूं तड़फावे। कहते जां जिहड़ियां गुजर चुकियां यादां हन, वो मनुख नूं तंग करदियां हन, जां आउण वाले जिहड़े फुरने आसां हन, वो मनुख नूं तंग करदियां हन। मनुख वर्तमान दे विच हो के सिमरन नहीं करदा, वर्तमान दे विच हो के बाणी नहीं पढ़दा। जे किधरे पढ़े वो सारा कुछ हो जाएगा, जिहड़ा सतगुरु अर्जन देव महाराज जी ने दसिया है कि प्रभु कै सिमरन दुख जम नसै, प्रभु कै सिमरन काल पर हरै, प्रभु कै सिमरन दुश्मन टरै। सारा कुछ हो जाएगा। सिमरन दियां बड़ियां वड्डियां बरकतां हन। इस करके भाई गोपाला जी दे मन दे विच इह फुरना आ गया सी। सतगुरु हरगोबिंद साहब महाराज जी मुस्कुरा के वचन कीता, असीं कुछ देना चाहुंदे सी, तुसीं कुछ मंग लिया है। भावें फुरने दे राहीं ही मंग लिया है, फिर भी तुसीं बड़ी इकाग्रता दे नाल पाठ कीता है। होर कोशिश करो, होर कोशिश करो, एक दिन जरूर जीवन सफला हो जाएगा।
ਭਾਵ ਸਿਮਰਨ ਦੀਆਂ ਬੜੀਆਂ ਵੱਡੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਰਕਤਾਂ ਦੱਸੀਆਂ ਹਨ। ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਿਸ ਤਰ੍ਹਾਂ ਸਾਨੂੰ ਉਪਦੇਸ਼ ਕਰ ਰਹੇ ਹਨ, ਸਮਝਾ ਰਹੇ ਹਨ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਪਵਿੱਤਰ ਸ਼ਬਦ ਵਿਚਾਰ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਹੇ ਭਾਈ, ਉਸ ਰਮੇ ਹੋਏ ਰਾਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ, ਉਸ ਦਾ ਸਿਮਰਨ ਕਰ, ਉਸ ਦਾ ਸਿਮਰਨ ਕਰ। ਇਹ ਨਿਸ਼ਚੈ ਕਰਵਾਉਂਦੇ ਹਨ। ਰਾਮ ਨਾਮ ਸਿਮਰਨ ਬਿਨਾ ਬੂੜ ਤੇ ਅਧਕਾਈ। ਉਸ ਪਰਮਾਤਮਾ ਦੇ ਰਾਮ ਦਾ ਨਾਮ ਦਾ ਸਿਮਰਨ ਕਰਨ ਤੋਂ ਬਗੈਰ ਸੰਸਾਰ ਦੇ ਬਹੁਤ ਸਾਰੇ ਜੀਵ ਜਿਹੜੇ ਹਨ, ਅਧਕਾਈ ਤੋਂ ਭਾਵ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਸਾਰ ਸਾਗਰ ਦੇ ਵਿੱਚ ਡੁੱਬ ਜਾਂਦੇ ਹਨ, ਬੂੜ ਤੇ। ਇੱਕੋ ਇੱਕ ਸਹਾਰਾ ਹੈ, ਇੱਕੋ ਇੱਕ ਆਸਰਾ ਹੈ। ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਚਾਹੁੰਦਾ ਹੈ, ਪਾਰ ਲੰਘਣਾ ਚਾਹੁੰਦਾ ਹੈ, ਫਿਰ ਪਰਮਾਤਮਾ ਦਾ ਸਿਮਰਨ ਕਰ। ਵਰਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਸਾਰ ਦੇ ਅੰਦਰ ਜਿਹੜੇ ਜੀਵ ਹਨ, ਸੰਸਾਰ ਸਾਗਰ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦੀਆਂ ਲਹਿਰਾਂ ਦੇ ਵਿੱਚ ਡੁੱਬ ਜਾਂਦੇ ਹਨ। ਰਹਾਉ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ ਕਿ ਬਨਤਾ ਇਸਤਰੀ, ਸੁੱਤ, ਪੁੱਤਰ, ਦੇਹ, ਸਰੀਰ, ਗ੍ਰਹਿ, ਘਰ, ਸੰਪਤ, ਜਿਹੜੀ ਧਨ ਸੰਪਦਾ ਜ਼ਿਆਦਾਤ ਹੈ। ਕਿਉਂਕਿ ਅਕਸਰ ਇਹਨਾਂ ਦੇ ਵਿੱਚ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਭਟਕਦੀ ਰਹਿੰਦੀ ਹੈ, ਇਹਨਾਂ ਦੇ ਵਿੱਚ ਲੱਗੀ ਰਹਿੰਦੀ ਹੈ। ਅਗਰ ਇਸਤਰੀ ਹੈ ਤਾਂ ਸੁਰਤ ਪੁਰਸ਼ ਦੇ ਵਿੱਚ ਭਟਕਦੀ ਰਹੇਗੀ, ਜੇ ਪੁਰਸ਼ ਹੈ ਜਿਹੜੀ ਸੁਰਤ ਹੈ ਇਸਤਰੀ ਦੇ ਵਿੱਚ ਭਟਕਦੀ ਰਹੇਗੀ। ਪੁੱਤਰਾਂ ਦੇ ਵਿੱਚ, ਧੀਆਂ ਦੇ ਵਿੱਚ, ਸਰੀਰ ਦੇ ਵਿੱਚ, ਸਰੀਰ ਨੂੰ ਤੰਦਰੁਸਤ ਕਿਸ ਤਰ੍ਹਾਂ ਰੱਖਣਾ ਹੈ, ਸਰੀਰ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਹੈ, ਕੱਪੜੇ ਕਿਸ ਤਰ੍ਹਾਂ ਦੇ ਪਾਉਣੇ ਹਨ, ਬਸ ਇਹਨਾਂ ਦੇ ਵਿੱਚ ਇਹ ਸੁਰਤ ਭਟਕਦੀ ਰਹਿੰਦੀ ਹੈ, ਲੱਗੀ ਰਹਿੰਦੀ ਹੈ। ਸੈਂਕੜੇ ਤਰ੍ਹਾਂ ਦੇ ਕੱਪੜੇ, ਸੈਂਕੜੇ ਤਰ੍ਹਾਂ ਦੀਆਂ ਜੁੱਤੀਆਂ, ਬਸ ਸੁਰਤ ਇੱਥੇ ਹੀ ਲੱਗੀ ਰਹਿੰਦੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ। ਫਿਰ ਸਤਿਗੁਰੂ ਜੀ ਸਮਝਾਉਂਦੇ ਹਨ, ਗ੍ਰਹਿ, ਘਰ ਦੇ ਵਿੱਚ ਸੁਰਤ ਲੱਗੀ ਰਹਿੰਦੀ ਹੈ। ਘਰ ਨੂੰ ਕਿਵੇਂ ਬਣਾਉਣਾ ਹੈ, ਘਰ ਨੂੰ ਕਿਵੇਂ ਸਵਾਰਨਾ ਹੈ, ਕਿੰਨੀਆਂ ਮੰਜ਼ਲਾਂ ਬਣਾਉਣੀਆਂ ਹਨ, ਹੋਰ ਸਵਾਰਨਾ ਹੈ, ਕਿਹੜੀ ਕਿਹੜੀ ਚੀਜ਼ ਘਰ ਦੇ ਵਿੱਚ ਲਿਆਉਣੀ ਹੈ। ਮਹਾਰਾਜ ਕਹਿੰਦੇ ਇਹ ਚੀਜ਼ਾਂ ਵਰਤਣ ਵਾਸਤੇ ਤਾਂ ਚਲੋ ਠੀਕ ਹਨ, ਹਰ ਵਕਤ ਸੁਰਤ ਇਹਨਾਂ ਦੇ ਵਿੱਚ ਹੀ ਲੱਗੀ ਰਵੇ, ਇਹਨਾਂ ਦੇ ਵਿੱਚ ਹੀ ਲੱਗੀ ਰਵੇ, ਫਿਰ ਸਿਮਰਨ ਦੇ ਵਿੱਚ ਕਿਵੇਂ ਲੱਗੇਗੀ। ਜਥਾ ਲਾਭ ਤਥਾ ਸੰਤੁਸ਼ਟ ਹੋ ਕੇ ਇਹਨਾਂ ਨੇ ਇੱਕ ਖੁੱਡੇ ਲੈਣ ਲਾ ਕੇ ਪਾਸੇ ਕਰਕੇ ਆਪਣਾ ਧਿਆਨ ਸਿਮਰਨ ਦੇ ਵਿੱਚ ਜੋੜ। ਕਹਿੰਦੇ ਫਿਰ ਸੰਪਤ, ਹੋਰ ਜਿਹੜੀ ਧਨ ਸੰਪਦਾ ਹੈ, ਇੰਨੀ ਕੁ ਮੇਰੇ ਕੋਲ ਸੰਪਦਾ ਹੈ, ਹੋਰ ਕਿਵੇਂ ਵਧਾਉਣੀ ਹੈ, ਹੋਰ ਕਿਵੇਂ ਵਧਾਉਣੀ ਹੈ, ਸੁਰਤ ਉਸ ਪਾਸੇ ਲੱਗੀ ਰਹਿੰਦੀ ਹੈ। ਚਲੋ ਸਿਆਣੇ ਵਿਦਵਾਨ ਲੋਕ ਇਸ ਤਰ੍ਹਾਂ ਕਹਿੰਦੇ ਹਨ ਕਿ ਚਾਦਰ ਵੇਖ ਕੇ ਪੈਰ ਪਸਾਰ ਲੈਣੇ ਕੋਈ ਮਾੜੀ ਗੱਲ ਨਹੀਂ ਹੈ, ਪਰ
ਜੇਬ ਦੇ ਵਿੱਚ 10 ਰੁਪਈਏ ਹਨ, 1000 ਰੁਪਈਏ ਦੇ ਸੁਪਨੇ ਲਈ ਜਾਣੇ, ਇਹ ਕਿੱਧਰ ਦੀ ਸਿਆਣਪ ਹੈ। ਕਹਿੰਦੇ ਸੁਰਤ ਜਿਹੜੀ ਹੈ ਨਾ ਭਟਕਦੀ ਰਹੇਗੀ। ਇਹਨਾਂ ਚੀਜ਼ਾਂ ਦੇ ਵਿੱਚ ਹੀ ਧਿਆਨ ਲੱਗਾ ਰਹਿੰਦਾ ਹੈ 24 ਘੰਟੇ। ਮਹਾਰਾਜ ਨੇ ਇੱਕ ਜਗ੍ਹਾ ਦੱਸਿਆ ਹੈ ਨਾ, ਮਾਇਆ ਮਨੋ ਨਾ ਵੀਸਰੈ, ਮੰਗੈ ਦੰਮਾ ਦਮ। ਜਿੰਨੇ ਦਮ ਹਨ, ਜਿੰਨੇ ਸਵਾਸ ਆ ਰਹੇ ਹਨ, ਸਾਰੇ ਖਰਚ ਹੋਈ ਜਾਂਦੇ ਹਨ। ਸਰੀਰ ਨੂੰ ਸਵਾਰਨ ਦੇ ਵਿੱਚ, ਕੱਪੜੇ ਲੱਤੇ ਦੇ ਵਿੱਚ, ਘਰ ਨੂੰ ਸਵਾਰਨ ਦੇ ਵਿੱਚ ਸੁਰਤ ਉੱਥੇ ਹੀ ਬਾਰ-ਬਾਰ ਭਰਮਣ ਕਰਦੀ ਰਹਿੰਦੀ ਹੈ, ਘੁੰਮਦੀ ਰਹਿੰਦੀ ਹੈ। ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਮਹਾਰਾਜ ਕਹਿੰਦੇ ਇਹ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ ਹਨ ਅਖੀਰ ਵੇਲੇ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਇਸ ਕਰਕੇ ਜੀਵਨ ਨੂੰ ਸਵਾਰਨ ਵਾਸਤੇ ਵੀ ਕੋਈ ਸਰੰਜਾਮ ਕਰ, ਕੋਈ ਉਦਮ ਉਪਰਾਲਾ ਕਰ। ਇਨ ਮੈਂ ਕਛ ਨਾਹਿ ਤੇਰੋ, ਕਾਲ ਅਵਦ ਆਈ। ਇਹ ਜਿੰਨੇ ਵੀ ਤੈਨੂੰ ਸੁਖਦਾਈ ਲੱਗਦੇ ਹਨ, ਇਹਨਾਂ ਦੇ ਵਿੱਚੋਂ ਕੋਈ ਵੀ ਕਹਿੰਦੇ ਤੇਰਾ ਸਦੀਵ ਕਾਲ ਦਾ ਸਾਥੀ ਨਹੀਂ ਹੈ। ਤੈਨੂੰ ਆਤਮਿਕ ਦੇ ਆਨੰਦ ਦੇਣ ਵਾਲੀ ਕੋਈ ਵੀ ਵਸਤੂ ਨਹੀਂ ਹੈ। ਇਸੇ ਤਰ੍ਹਾਂ ਇਹਨਾਂ ਦੇ ਵਿੱਚ ਲੱਗਿਆ ਹੋਇਆ, ਧਨ ਸੰਪਦਾ ਦੇ ਵਿੱਚ, ਪਰਿਵਾਰ ਦੇ ਵਿੱਚ ਸੁਰਤ ਨੂੰ ਜੋੜਿਆ ਹੋਇਆ, ਸਮੇਂ ਨੇ ਤਾਂ ਆਪਣੇ ਹਿਸਾਬ ਦੇ ਨਾਲ ਚੱਲਦੇ ਰਹਿਣਾ ਹੈ, ਚੱਲਦੇ ਰਹਿਣਾ ਹੈ। ਇਹ ਤੇਰੀ ਮਰਜ਼ੀ ਹੈ ਵੀ ਸਵਾਸਾਂ ਨੂੰ ਕਿਹੜੇ ਪਾਸੇ ਖਰਚ ਕਰਨਾ ਹੈ। ਇੱਕ ਮਹਾਂਪੁਰਸ਼ ਦਾ ਜ਼ਿਕਰ ਆਉਂਦਾ ਹੈ, ਕਹਿੰਦੇ ਉਹ ਜਿਹੜੀ ਅੱਗ ਬਾਲਣ ਵਾਲੀ ਪਾਈਪ ਹੁੰਦੀ ਹੈ ਨਾ, ਫੂਕ ਮਾਰਨ ਵਾਲੀ, ਲੈ ਕੇ ਕੋਈ ਸੇਵਕ ਫੂਕਾਂ ਮਾਰ ਰਿਹਾ ਸੀ। ਮਹਾਂਪੁਰਸ਼ ਇਸ਼ਾਰੇ ਦੇ ਨਾਲ ਸਮਝਾ ਦਿੰਦੇ ਹਨ। ਆਖਣ ਲੱਗੇ, ਗੁਰਮੁਖਾ ਆਪਣੇ ਕੀਮਤੀ ਸਵਾਸਾਂ ਨੂੰ ਅੱਗ ਦੇ ਵਿੱਚ ਕਿਉਂ ਸੁੱਟ ਰਿਹਾ ਹੈ। ਕਹਿਣ ਦਾ ਭਾਵ ਕਿ ਵਿਅਰਥ ਦੇ ਕੰਮਾਂ ਦੇ ਵਿੱਚ ਆਪਾਂ ਆਪਣੇ ਸਵਾਸ ਖਰਚ ਕਰਦੇ ਰਹਿੰਦੇ ਹਾਂ। ਮਹਾਰਾਜ ਜੀ ਸਮਝਾਉਂਦੇ ਹਨ ਕਿ ਸਮਾਂ ਜਿਹੜਾ ਹੈ ਨਾ, ਕਬੀਰ ਸਾਹਿਬ ਜੀ ਕਹਿੰਦੇ ਆਪਣੇ ਹਿਸਾਬ ਦੇ ਨਾਲ ਚੱਲਦਾ ਜਾਵੇਗਾ, ਅਖੀਰ ਨੂੰ ਓੜਕ ਆ ਜਾਂਦੀ ਹੈ, ਅੰਤ ਆ ਜਾਂਦਾ ਹੈ, ਮੌਤ ਆ ਜਾਂਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਇਸ ਕਰਕੇ ਕਹਿੰਦੇ ਜਿੰਨਾ ਚਿਰ ਤੱਕ ਕਾਲ ਨਾ ਆ ਜਾਵੇ, ਮੌਤ ਨਾ ਆ ਜਾਵੇ, ਉਸ ਤੋਂ ਪਹਿਲਾਂ ਪਹਿਲਾਂ ਕੁਝ ਨਾ ਕੁਝ ਸਵਾਰ ਲੈ। ਜਦ ਕੋਈ ਦੁੱਖ ਬਿਮਾਰੀ ਆ ਗਈ, ਕੋਈ ਮੁਸ਼ਕਲ ਆ ਗਈ, ਫਿਰ ਨਹੀਂ ਸਿਮਰਨ ਕੀਤਾ ਜਾਣਾ। ਜਦ ਮੌਤ ਸਿਰ ਤੇ ਆ ਕੇ ਖਲੋ ਗਈ, ਉਦੋਂ ਕਿੱਥੇ ਸਿਮਰਨ ਕੀਤਾ ਜਾਣਾ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਕਬੀਰ ਸਾਹਿਬ ਜੀ ਕਹਿੰਦੇ ਜੇ ਇਸੇ ਤਰ੍ਹਾਂ ਹੀ ਢਿੱਲਾ ਮੱਠਾ ਹੀ ਤੂੰ ਚੱਲਦਾ ਰਿਹਾ ਨਾ, ਆਪਣੀ ਸੁਰਤ ਨੂੰ ਪਦਾਰਥਾਂ ਵਿੱਚ ਹੀ ਜੋੜ ਛੱਡਿਆ, ਐਨੇ ਚਿਰ ਨੂੰ ਕਹਿੰਦੇ ਅਖੀਰ ਨੂੰ ਕਾਲ ਆ ਜਾਵੇਗਾ, ਮੌਤ ਆ ਜਾਵੇਗੀ। ਜਿਹੜਾ ਕੰਮ ਕਰਨ ਵਾਸਤੇ ਤੂੰ ਆਇਆ ਸੀ ਉਹ ਤੇਰਾ ਅਧੂਰਾ ਹੀ ਰਹਿ ਜਾਵੇਗਾ। ਜਿਹੜੇ ਕੰਮਾਂ ਨੂੰ ਤੂੰ ਪੂਰੇ ਕਰਨਾ ਚਾਹੁੰਦਾ ਹੈ ਉਹ ਵੀ ਤੇਰੇ ਪੂਰੇ ਕਿੱਥੇ ਹੋਣਗੇ। ਤੂੰ ਦੂਸਰਿਆਂ ਵੱਲ ਦੇਖ ਲੈ, ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨ ਕੀਏ ਕਾਜ ਮਾਇਆ ਪੂਰੇ। ਇੱਥੇ ਤਾਂ ਵੱਡੇ ਵੱਡੇ ਰਾਜਿਆਂ, ਮਹਾਰਾਜਿਆਂ, ਸ਼ਾਹੂਕਾਰਾਂ ਦੇ ਕੰਮ ਅਧੂਰੇ ਰਹਿ ਗਏ। ਤੂੰ ਕਿਹੜੇ ਬਾਗ ਦੀ ਮੂਲੀ ਹੈ, ਤੇਰੇ ਵੀ ਅਧੂਰੇ ਹੀ ਰਹਿ ਜਾਣਗੇ।
ਇਸ ਕਰਕੇ ਸਮਝਾਉਂਦੇ ਹਨ ਵੀ ਓੜਕ ਨੂੰ ਅਖੀਰ ਨੂੰ ਕਾਲ ਮੌਤ ਆ ਜਾਵੇਗੀ। ਅਜਾਮਲ ਗਜ ਗਨਕਾ ਪਾਤਿਤ ਕਰਮ ਕੀਨੇ। ਫਿਰ ਆਖਿਆ ਕਿ ਮਹਾਰਾਜ ਅਸੀਂ ਤਾਂ ਬੜੇ ਪਾਪੀ ਹਾਂ, ਬੜੇ ਮਾੜੇ ਕਰਮਾਂ ਵਾਲੇ ਹਾਂ, ਕੀ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਡਾ ਵੀ ਉਧਾਰ ਹੋ ਸਕਦਾ ਹੈ? ਹੁਣ ਕਬੀਰ ਸਾਹਿਬ ਜੀ ਉਦਾਹਰਣ ਦਿੰਦੇ ਹਨ, ਕਹਿੰਦੇ ਭਾਈ ਦੇਖ ਅਜਾਮਲ ਜਿਹੜਾ ਸੀ ਨਾ ਕਿੰਨਾ ਵਿਸ਼ਈ ਸੀ, ਕਿੰਨਾ ਪਾਪੀ ਸੀ, ਹਰ ਵਕਤ ਵਿਸ਼ਿਆਂ ਬਾਰੇ ਹੀ ਸੋਚਦਾ ਰਹਿੰਦਾ ਸੀ। ਪਰ ਮਹਾਂਪੁਰਸ਼ਾਂ ਦੀ ਸੰਗਤ ਹੋ ਗਈ, ਉਹਨਾਂ ਨੇ ਆਖਿਆ 6 ਪੁੱਤਰ ਹੋਏ ਹਨ, 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖ। ਬਸ ਦਿਨੇ ਰਾਤ ਨਾਰਾਇਣ ਨੂੰ ਹੀ ਆਪਣੇ ਸੁਰਤ ਮੰਡਲ ਦੇ ਵਿੱਚ ਟਿਕਾ, ਆਪਣੇ ਧਿਆਨ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰ, ਨਾਰਾਇਣ ਦਾ ਸਿਮਰਨ ਕਰ। ਉਹ ਸਿਮਰਨ ਕਰਦਾ 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 ਸਾਰੇ ਪਾਪਾਂ ਦਾ ਨਾਸ਼ ਹੋ ਗਿਆ, ਕਿਉਂਕਿ ਸਿਮਰਨ ਦੇ ਵਿੱਚ ਇਹ ਬਰਕਤਾਂ ਹਨ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਭਾਵੇਂ ਜਨਮ ਜਨਮਾਤਰਾਂ ਦੇ ਪਾਪ ਹੋ ਜਾਣ, ਸਿਮਰਨ ਸਾਰਿਆਂ ਨੂੰ ਜਲਾ ਕੇ ਰਾਖ ਕਰ ਦਿੰਦਾ ਹੈ। ਫਿਰ ਗੱਜ ਦੇ ਹਾਥੀ ਦੀ ਉਦਾਹਰਣ ਦਿੰਦੇ ਹਨ ਕਿ ਜਿਵੇਂ ਸਾਰੇ ਆਸਰਿਆਂ ਤੋਂ ਨਿਆਸਰਾ ਹੋ ਕੇ ਉਸਨੇ ਪਰਮਾਤਮਾ ਦੇ ਅੱਗੇ ਇੱਕ ਫੁੱਲ ਭੇਟਾ ਕੀਤਾ, ਪਰਮਾਤਮਾ ਨੇ ਉਸ ਦੇ ਜਿਹੜੀਆਂ ਤੇਂਦੂਏ ਨੇ ਉਸ ਨੂੰ ਜਾਲ ਪਾਇਆ ਹੋਇਆ ਸੀ, ਕਹਿੰਦੇ ਉਹ ਸੁਦਰਸ਼ਨ ਚੱਕਰ ਚਲਾ ਕੇ ਉਸ ਦਾ ਜਾਲ ਕੱਟ ਦਿੱਤਾ। ਤੂੰ ਵੀ ਮਨੁੱਖਾਂ ਦੀ ਟੇਕ ਤੋਂ ਵੱਖਰਾ ਹੋ ਕੇ ਪਰਮਾਤਮਾ ਦੀ ਟੇਕ ਪਕੜ ਕੇ ਉਸ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਦਾ ਨਾਮ ਸਿਮਰਨ ਕਰ, ਤੇਵਰੇ ਵੀ ਸਾਰੇ ਬੰਧਨ ਕੱਟੇ ਜਾ ਸਕਦੇ ਹਨ। ਉਦਾਹਰਣ ਦਿੰਦੇ ਹਨ। ਤੀਸਰੀ ਉਦਾਹਰਣ ਗਨਕਾ ਦੀ ਦਿੰਦੇ ਹਨ, ਕਹਿੰਦੇ ਕਿਵੇਂ ਸਾਰੀ ਜ਼ਿੰਦਗੀ ਲੰਘ ਗਈ ਸੀ ਪਾਪ ਕਰਦਿਆਂ ਹੋਇਆਂ, ਵਿਸ਼ੇ ਭੋਗਦਿਆਂ ਹੋਇਆਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ। ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ। ਫਿਰ ਆਖਿਆ ਦੁਰਮਤ ਦੇਖ ਦਇਆਲ ਹੋਏ। ਬੜੇ ਹਾਵ ਭਾਵ ਗਨਕਾ ਨੇ ਕੀਤੇ ਵੀ ਸੰਤਾਂ ਨੂੰ ਵੀ ਭ੍ਰਿਸ਼ਟ ਕਰਦਿਆਂ, ਪਰ ਕਹਿੰਦੇ ਸੰਤਾਂ ਨੂੰ ਗੁੱਸਾ ਆਉਣ ਦੀ ਬਜਾਏ ਉਸ ਦੇ ਉੱਪਰ ਤਰਸ ਆ ਗਿਆ, ਦਇਆ ਆ ਗਈ। ਕਿੱਥੇ ਵਿਚਾਰੀ ਆਪਣਾ ਜੀਵਨ ਇਸ ਨੇ ਨਰਕ ਬਣਾਇਆ ਹੋਇਆ ਹੈ, ਇਸ ਦਾ ਉਧਾਰ ਕਰਨਾ ਚਾਹੀਦਾ ਹੈ। ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤੋ ਤੋਤਾ। ਲਿਵ ਲਾਗੀ ਤਿਸ ਤੋਤਿਓਂ ਨਿਤ ਪੜ੍ਹਾਏ ਕਰੇ ਅਸੋਤਾ। ਅੰਤ ਕਾਲ ਜਮ ਕਾ ਜਾਲ ਤੋੜ, ਨਰਕੇ ਵਿੱਚ ਨਾ ਖਾਦ ਸਗੋਤਾ। ਗਈ ਬੇਕੁੰਠ ਬੇਮਾਨ ਚੜ। ਕਹਿੰਦੇ ਅਖੀਰ ਨੂੰ ਉਹ ਜਿਵੇਂ ਧਰਮੀ ਲੋਕ ਅਰਸ਼ੀ ਵਿਮਾਨ ਦੇ ਉੱਪਰ ਚੜ ਕੇ ਬੈਕੁੰਠ ਨੂੰ ਜਾਂਦੇ ਹਨ, ਇਸ ਤਰ੍ਹਾਂ ਗਈ। ਭਾਵੇਂ ਉਦਾਹਰਣ ਦਿੰਦੇ ਹਨ ਕਿ ਭਾਵੇਂ ਜਿੰਨਾ ਮਰਜੀ ਮਨੁੱਖ ਮਾੜੇ ਤੋਂ ਮਾੜਾ ਹੈ, ਮਾੜੇ ਤੋਂ ਮਾੜਾ ਹੈ, ਜੇ ਕਿਧਰੇ ਸਿਮਰਨ ਕਰਨ ਲੱਗ ਪਵੇ ਨਾ, ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਕਰਨ ਲੱਗ ਪਵੇ, ਬਾਣੀ ਪੜ੍ਹਨ ਲੱਗ ਪਵੇ, ਵਾਹਿਗੁਰੂ 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 ਸਿਮਰਨ ਕਰਨ ਲੱਗ ਪਵੇ, ਸਾਰੇ ਪਾਪਾਂ ਦਾ ਨਾਸ਼ ਹੋ ਸਕਦਾ ਹੈ। ਸੰਸਾਰ ਦੇ ਵੱਡੇ ਵੱਡੇ ਪਾਪੀਆਂ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ। ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ। ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਪਾਰ ਉਤਾਰਾ ਹੋ ਗਿਆ, ਭਾਵੇਂ ਵੱਡੇ ਵੱਡੇ ਪਾਪੀ ਸਨ। ਕੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ। ਕਈ ਜੂਨੀਆਂ ਦੇ ਵਿੱਚ ਤੋਂ ਭਟਕਦਾ ਹੋਇਆ ਆਇਆ ਹੈ, ਕਦੇ ਸੂਰਾਂ ਦੀ ਜੂਨ ਦੇ ਵਿੱਚ, ਕਦੇ ਕੁੱਤਿਆਂ ਦੀ ਜੂਨ ਵਿੱਚ,
ਪਰ ਕਹਿੰਦੇ ਅਜੇ ਵੀ ਤੇਰੇ ਅੰਦਰ ਉਸ ਤਰ੍ਹਾਂ ਦੇ ਜਿਹੜੇ ਸੰਸਕਾਰ ਹਨ ਉਹ ਦਿਖਾਈ ਦੇ ਰਹੇ ਹਨ। ਹੁਣ ਤਾਂ ਸ਼ਰਮ ਆਉਣੀ ਚਾਹੀਦੀ ਹੈ, ਮਨੁੱਖ ਦੀ ਜੂਨੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਜੇ ਕਰਮ ਤੂੰ ਸੂਰਾਂ ਵਰਗੇ ਕਰਨੇ ਹਨ, ਕੁੱਤਿਆਂ ਵਰਗੇ ਕਰਨੇ ਹਨ, ਭੈਂਸਿਆਂ ਵਰਗੇ ਕਰਨੇ ਹਨ, ਜਿਵੇਂ ਕਬੀਰ ਜੀ ਨੇ ਦੱਸਿਆ ਹੈ ਨਾ, ਮਾਤਾ ਭੈਸਾ ਅਮੋਹਾ ਜਾਏ, ਐਵੇਂ ਢੁੱਡਾਂ ਮਾਰੀ ਜਾਣੀਆਂ, ਇਹ ਭੈਂਸਿਆਂ ਵਰਗੀ ਬਿਰਤੀ ਹੁੰਦੀ ਹੈ। ਮਹਾਰਾਜ ਕਹਿੰਦੇ ਤੂੰ ਬੰਦਾ ਹੈ, ਵਾਹਿਗੁਰੂ ਨੇ ਤੈਨੂੰ ਮਨੁੱਖ ਬਣਾਇਆ ਹੈ, ਪਸ਼ੂਆਂ ਵਾਲੇ ਕਰਮ ਤਿਆਗ। ਹੁਣ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਕਹਿੰਦੇ ਕਿੱਥੇ ਤੋਂ ਬਿਖ ਨੂੰ ਜ਼ਹਿਰ ਨੂੰ ਖਾ ਰਿਹਾ ਹੈ। ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਵਿਦ ਨੈਣੋ ਡੀਠੀ। ਔਗੁਣ ਤੈਨੂੰ ਮਿੱਠੇ ਲੱਗਦੇ ਹਨ, ਜਿਹੜਾ ਨਾਮ ਹੈ ਉਹ ਕੌੜਾ ਲੱਗਦਾ ਹੈ। ਤਜ ਭਰਮ ਕਰਮ ਬਿਦ ਨ ਖੇਦ, ਰਾਮ ਨਾਮ ਲੇਹੀ। ਕਹਿੰਦੇ ਇੱਕ ਤਾਂ ਭਰਮ ਦਾ ਤਿਆਗ ਕਰ, ਫਿਰ ਜਿਹੜੇ ਕਰਮ ਐਸੇ ਹਨ ਜਿਹੜੇ ਸ਼ਾਸਤਰਾਂ ਦੇ ਅਨੁਸਾਰ ਦੱਸੇ ਹਨ ਕਿ ਵਿਦ ਕਰਮ ਹਨ ਅਤੇ ਨਿਖੇਧ ਕਰਮ ਹਨ। ਕਰਨ ਵਾਲੇ ਕਰਮ ਅਤੇ ਨਾ ਕਰਮ ਕਰਨ ਵਾਲੇ ਕਰਮ ਜਿਹੜੇ ਹਨ, ਕਹਿੰਦੇ ਇਹਨਾਂ ਦੋਨਾਂ ਤੋਂ ਪਾਸੇ ਹੋ ਕੇ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰ। ਜੇ ਤੂੰ ਵਿਦ ਨਿਖਿਧ ਕਰਮਾਂ ਦੇ ਵਿੱਚ ਹੀ ਪਿਆ ਰਿਹਾ, ਸਿਮਰਨ ਨਾ ਕੀਤਾ ਤਾਂ ਪਾਰ ਉਤਾਰਾ ਨਹੀਂ ਹੋਵੇਗਾ। ਇਸ ਕਰਕੇ ਇਹਨਾਂ ਦੀ ਬਹੁਤੀ ਚਿੰਤਾ ਨਾ ਕਰ। ਜੇ ਸਿਮਰਨ ਕਰੇਗਾ, ਵਾਹਿਗੁਰੂ ਤੇਰੇ ਕੋਲੋਂ ਉਹੋ ਹੀ ਕਰਮ ਕਰਵਾਵੇਗਾ ਜਿਹੜੇ ਵਾਹਿਗੁਰੂ ਨੂੰ ਪ੍ਰਵਾਨ ਹੋਣਗੇ, ਦੂਸਰੇ ਕਰਵਾਵੇਗਾ ਹੀ ਨਹੀਂ। ਤੂੰ ਉਹਨਾਂ ਦੀ ਬਹੁਤੀ ਚਿੰਤਾ ਨਾ ਕਰ, ਸਿਮਰਨ ਦੀ ਚਿੰਤਾ ਕਰ, ਸਿਮਰਨ ਕਰਿਆ ਕਰ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ। ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਸਮਝਾਉਂਦੇ ਹਨ ਕਿ ਹੇ ਭਾਈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਨੇਹ ਪਾ, ਉਸ ਦੇ ਨਾਲ ਤੂੰ ਪ੍ਰੇਮ ਕਰਿਆ ਕਰ, ਜਿਸ ਦੇ ਨਾਲ ਪ੍ਰੇਮ ਕਰਨ ਦੇ ਨਾਲ ਤੇਰਾ ਪਾਰ ਉਤਾਰਾ ਹੋਵੇਗਾ। ਇਸ ਕਰਕੇ ਕਬੀਰ ਸਾਹਿਬ ਜੀ ਨੇ ਮੂਲ ਰੂਪ ਦੇ ਵਿੱਚ ਸਾਨੂੰ ਸਿਮਰਨ ਕਰਨ ਦੀ ਹਦਾਇਤ ਕੀਤੀ ਹੈ। ਬੜੀਆਂ ਬੜੀਆਂ ਉਦਾਹਰਨਾਂ ਦੇ ਕੇ ਸਮਝਾਇਆ ਹੈ ਵੀ ਜੇ ਅਜਾਮਲ ਦਾ ਉਧਾਰ ਹੋ ਸਕਦਾ ਹੈ, ਜੇ ਗੱਜ ਦਾ ਉਧਾਰ ਹੋ ਸਕਦਾ ਹੈ, ਜੇ ਗਨਕਾ ਵਰਗੀ ਪਾਪਣ ਦਾ ਉਧਾਰ ਹੋ ਸਕਦਾ ਹੈ, ਤੇਰਾ ਕਿਉਂ ਨਹੀਂ ਉਧਾਰ ਹੋ ਸਕਦਾ। ਤੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਸਦਾ ਵਾਸਤੇ ਹੀ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਆਓ ਸਾਧ ਸੰਗਤ ਜੀ, ਜੋ ਮਹੀਨਾਵਾਰੀ ਲੜੀਵਾਰ ਪਾਵਨ ਪਵਿੱਤਰ ਹੁਕਮਨਾਮਾ ਹੈ, ਉਸ ਦੀ ਆਪਾਂ ਵਿਚਾਰ ਸਰਵਣ ਕਰੀਏ ਜੀ। ਹਰ ਜੇਠ ਜੁੜੰਦਾ ਲੋੜੀਆ, ਜਿਸ ਅੱਗਾ ਸਭ ਨਿਵੰਨਾ। ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਉਹ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਕਿ ਉਹ ਜੋ ਹਰੀ ਵਾਹਿਗੁਰੂ ਪਰਮੇਸ਼ਰ ਹੈ, ਉਸ ਦੇ ਨਾਲ ਜੁੜਨਾ ਚਾਹੀਦਾ ਹੈ, ਲੋੜੀਂਦਾ ਹੈ, ਲੋੜ ਹੈ ਉਸ ਦੇ ਨਾਲ ਜੁੜਨ ਦੀ, ਜਿਸ ਦੇ ਅੱਗੇ ਸਾਰੇ ਹੀ ਨਿਆਉਂਦੇ ਹਨ, ਸਾਰੇ ਜਿਸ ਦੇ ਅੱਗੇ ਝੁਕਦੇ ਹਨ। ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਤਾਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ। ਮਹਾਰਾਜ ਕਹਿੰਦੇ ਕੋਟ ਬ੍ਰਹਮੇ ਜਗ ਸਾਜਣ ਲਾਏ। ਅਨਮਤ ਦੀ ਤੂੰ ਪੂਜਾ ਨਾ ਕਰ, ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ। ਕਿਉਂਕਿ ਜਿਹੜੇ ਤਰੀਕੇ ਦੇ ਨਾਲ ਕੋਈ ਸਵਾਲ ਕਰਦਾ ਹੈ, ਉਸੇ ਤਰੀਕੇ ਦੇ ਨਾਲ ਹੀ ਜਵਾਬ ਦਿੰਦੇ ਹਨ। ਕਹਿੰਦੇ ਕਰੋੜਾਂ ਹੀ ਬ੍ਰਹਮਾ ਵਿਸ਼ਨ ਮਹੇਸ਼ ਆਦਿਕ ਵਾਹਿਗੁਰੂ ਨੇ ਪੈਦਾ ਕੀਤੇ ਹਨ। ਉਸ ਅਨੰਤ ਸ਼ਕਤੀਆਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੀ ਬਚਨ ਹਨ, ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ। ਬ੍ਰਹਮਾ ਉਹ ਵਿਸ਼ਨ ਕੇ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ।
रामचंद्र कृष्ण के अवतार भी अनेक हैं। ब्रह्मा विष्णु केते वेद पुराण केते, सिमरत समूहन के होए बिताए हैं। मोन दी मदार केते, अश्विनी कुमार केते, अंशा अवतार केते काल बस भये हैं। पीरो पे कांबर केते गाने न परत एते, भूम ही ते होए कै फिर भूम ही मिलाए हैं। ਕਹਿੰਦੇ ਇਹ ਸੰਸਾਰ ਦੀਆਂ ਸ਼ਕਤੀਆਂ ਦੇ ਨਾਲ ਨਾ ਜੁੜ, ਉਸ ਅਨੰਤ ਸ਼ਕਤੀਆਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ, ਜਿਸ ਦੇ ਅੱਗੇ ਕਹਿੰਦੇ ਸਾਰੇ ਆਪਣੇ ਹੱਥ ਬੰਨ ਕੇ, ਜਿਵੇਂ ਹੁਣੇ ਹੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ਼ਬਦ ਗਾਇਨ ਕਰ ਰਹੇ ਸਨ ਨਾ, ਕਿ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। हे ਵਾਹਿਗੁਰੂ, ਸਭ ਤੇਰੇ ਅੱਗੇ ਹੱਥ ਬੰਨ ਕੇ ਖਲੋਤੇ ਰਹਿੰਦੇ ਹਨ। तुद सब से नो दान दिता, खंडी वर भंडी पाताले पुरे सब लोई। तू सारियां नू दातां देण वाला है। हर सज्जन दावण लगिया, किसै ना देई बाना। हरे सज्जन वाहिगुरु जी दे दामन पल्ले दे नाल लगिया, कहंदे ओ फिर किसे दे अगे बन के नहीं देंदा, जां किसे नू आग्या नहीं देंदा भी कोई बन के लै जावे। जमा आदक ਜਿਹੜੇ ਹਨ ਉਹ ਬੰਨ ਕੇ ਲਿਜਾ ਨਹੀਂ ਸਕਦੇ ਹਨ। ਦੂਸਰਾ, ਪਰਮੇਸ਼ਰ ਦਾ ਹੀ ਪ੍ਰਤੱਖ ਸਰੂਪ ਸਤਿਗੁਰੂ ਸਾਹਿਬਾਨ ਹਨ, ਉਹਨਾਂ ਦੇ ਪੱਲੇ ਲੱਗਣ ਦੇ ਨਾਲ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਕਿਸੇ ਗੱਲ ਦਾ ਸ਼ੰਕਾ ਨਾ ਰੱਖਿਓ ਵੀ ਗੁਰੂ ਨਾਨਕ ਕੋਈ ਹੋਰ ਹੈ ਤੇ ਪਰਮਾਤਮਾ ਕੋਈ ਹੋਰ ਹੈ। ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਗੁਰੂ ਨਾਨਕ ਸਾਹਿਬ ਦੇ ਪੱਲੇ ਦੇ ਨਾਲ ਲੱਗਿਆ, ਉਹਨਾਂ ਦੀ ਸ਼ਰਨ ਦੇ ਵਿੱਚ ਪਿਆ ਹੋਇਆ, ਕਹਿੰਦੇ ਕੋਈ ਵੀ ਬੰਨ ਕੇ ਨਹੀਂ ਲਿਜਾ ਸਕਦਾ। ਜਾਂ ਫਿਰ ਜਿਹੜੇ ਵਾਹਿਗੁਰੂ ਦੇ ਪਿਆਰੇ ਸਤਿਗੁਰੂ ਦੇ ਗੁਰਸਿੱਖ ਹਨ, ਜੇ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਜਾਈਏ, ਕਿਸੇ ਦੀ ਤਾਕਤ ਨਹੀਂ ਵੀ ਦੇਖ ਵੀ ਜਾਵੇ। ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਉਹਨਾਂ ਦੇ ਕੋਲ ਗਏ ਸਨ ਨਾ, ਡੋਗਰਿਆਂ ਦੀਆਂ ਖੋਟੀਆਂ ਚਾਲਾਂ ਨੂੰ ਦੇਖ ਕੇ ਅਤਰ ਸਿੰਘ ਸੰਧਾ ਵਾਲੀਏ, ਜਵਾਹਰ ਸਿੰਘ ਨਲੂਏ ਵਰਗੇ, ਹੀਰਾ ਸਿੰਘ ਡੋਗਰੇ ਨੇ ਆਖਿਆ ਕਿ ਬੰਨ ਕੇ ਸਾਡੇ ਸਾਹਮਣੇ ਪੇਸ਼ ਕਰ ਦਿਓ। ਬਾਬਾ ਵੀਰ ਸਿੰਘ ਜੀ ਆਖਣ ਲੱਗੇ, ਗੁਰੂ ਨਾਨਕ ਦੇ ਘਰ ਦਾ ਇਹ ਬਿਰਦ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਧਾ। ਅਸੀਂ ਜਾਨ ਤਾਂ ਦੇ ਸਕਦੇ ਹਾਂ ਪਰ ਇਹਨਾਂ ਨੂੰ ਨਹੀਂ ਦੇ ਸਕਦੇ। ਇਸ ਤਰੀਕੇ ਦੇ ਨਾਲ ਕਹਿੰਦੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪਿਆ ਹੋਇਆ ਕੋਈ ਵੀ ਬੰਨ ਕੇ ਲਿਜਾ ਨਹੀਂ ਸਕਦਾ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗਾ ਨਾਹੀ ਸੰਨਾ। ਵਾਹਿਗੁਰੂ ਪਰਮੇਸ਼ਰ ਦਾ ਨਾਮ ਕਹਿੰਦੇ ਕੀਮਤੀ ਰਤਨਾਂ ਦੀ ਨਿਆਈ ਹੈ, ਮੋਤੀਆਂ ਦੀ ਨਿਆਈ ਹੈ। ਫਿਰ ਕਹਿੰਦੇ ਇਹ ਐਸਾ ਖਜ਼ਾਨਾ ਹੈ ਜਿਸ ਨੂੰ ਸੰਨ ਨਹੀਂ ਲੱਗਦੀ, ਜਿਸ ਨੂੰ ਕੋਈ ਲੁੱਟਿਆ ਨਹੀਂ ਜਾ ਸਕਦਾ। ਜਿਸ ਦੇ ਪਾਸ ਆ ਜਾਵੇ ਫਿਰ ਉਹ ਉਸ ਧਨ ਨੂੰ ਚੁਰਾਉਣ ਦਾ ਕੋਈ ਖਤਰਾ ਨਹੀਂ ਰਹਿ ਜਾਂਦਾ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਅੱਗ ਸਾੜ ਨਹੀਂ ਸਕਦੀ, ਚੋਰ ਚੁਰਾ ਨਹੀਂ ਸਕਦਾ, ਕੋਈ ਸੰਨ ਨਹੀਂ ਲਾ ਸਕਦਾ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਜਿੰਨੇ ਵੀ ਵਾਹਿਗੁਰੂ ਦੇ ਰੰਗ ਕੌਤਕ ਹਨ, ਸਾਰੇ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਨੂੰ ਭਾਵਨ ਭਾਉਂਦੇ ਹਨ, ਚੰਗੇ ਲੱਗਦੇ ਹਨ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ। ਜੋ ਵਾਹਿਗੁਰੂ ਚਾਹੁੰਦਾ ਹੈ ਉਸ ਦੀ ਆਗਿਆ ਦੇ ਅਨੁਸਾਰ ਹੀ ਜੀਵ ਜਿਹੜੇ ਹਨ ਆਪਣੇ ਆਪਣੇ ਭਾਗਾਂ ਦੇ ਹਿਸਾਬ ਦੇ ਨਾਲ ਲੱਗੇ ਰਹਿੰਦੇ ਹਨ। ਕੋਈ ਕਿਸੇ ਪਾਸੇ ਲੱਗਾ ਰਹਿੰਦਾ ਹੈ। ਆਪਣੇ ਰੰਗ ਸਭ ਕੋ ਰਚੈ, ਜਿਤ ਪ੍ਰਭ ਲਾਇਆ ਤਿਤ ਤਿਤ ਕੋ ਲੱਗੈ। ਉਥੇ ਉਥੇ ਜੀਵ ਲੱਗੇ ਰਹਿੰਦੇ ਹਨ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ। ਜਿਨ੍ਹਾਂ ਨੂੰ ਪ੍ਰਭੂ ਨੇ ਵਾਹਿਗੁਰੂ ਨੇ ਆਪਣੇ ਬਣਾ ਲਿਆ, ਕਹਿੰਦੇ ਉਹ ਧਨ ਹਨ, ਧਨਤਾ ਦੇ ਯੋਗ ਹਨ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਨ੍ਹਾਂ ਸਾਸ ਗਿਰਾਸ ਨ ਵਿਸਰੇ, ਹਰ ਨਾਮਾ ਮਨ ਮੰਤ। ਆਖਿਆ ਧਨ ਸੇ ਸੇਈ ਨਾਨਕਾ,
ਪੂਰਨ ਸੋਈ ਸੰਤ। ਉਹ ਧੰਤਾ ਦੇ ਯੋਗ ਹਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ। ਆਪਣਾ ਲੀਆ ਜੇ ਮਿਲਾ ਵਿਛੜ ਕਿਉਂ ਰੋਵੰਨਾ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਆਪਣਾ ਕੇ ਆਪਣਾ ਬਣਾ ਕੇ ਆਪਣੇ ਨਾਲ ਮੇਲ ਲੈਂਦੇ ਹਨ, ਫਿਰ ਵਿਛੜ ਕੇ ਉਹਨਾਂ ਨੂੰ ਵਿਛੋੜੇ ਦੇ ਵਿੱਚ ਰੋਣਾ ਨਹੀਂ ਪੈਂਦਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨਾ। ਪਵਿੱਤਰ ਆਤਮਾਵਾਂ ਦੀ, ਗੁਰਮੁਖਾਂ ਦੀ, ਸਾਧੂਆਂ ਦੀ, ਸੰਤਾਂ ਦੀ, ਮਹਾਂਪੁਰਸ਼ਾਂ ਦੀ ਸੰਗਤ ਹੋ ਜਾਂਦੀ ਹੈ, ਉਹ ਫਿਰ ਕਹਿੰਦੇ ਆਪਣੇ ਜੀਵਨ ਕਾਲ ਦੇ ਅੰਦਰ ਆਤਮਿਕ ਆਨੰਦ ਨੂੰ ਮਾਣਦੇ ਹਨ। ਹਰ ਜੇਠ ਰੰਗੀਲਾ ਤਿਸ ਧਾਣੇ ਜਿਸ ਕੈ ਭਾਗ ਮਥਾਨਾ। ਜੇਠ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਨ੍ਹਾਂ ਦਾ ਧਣੀ ਵਾਹਿਗੁਰੂ ਪਰਮੇਸ਼ਰ ਮਾਲਕ ਆਪ, ਜਿਨ੍ਹਾਂ ਨੂੰ ਉਸ ਦੀ ਨੇੜਤਾ ਪ੍ਰਾਪਤ ਹੋ ਜਾਂਦੀ ਹੈ, ਜਿਨ੍ਹਾਂ ਦੇ ਕਹਿੰਦੇ ਮੱਥੇ ਦੇ ਉੱਤਮ ਭਾਗ ਹੁੰਦੇ ਹਨ, ਵੱਡੇ ਭਾਗ ਹੁੰਦੇ ਹਨ, ਉਹਨਾਂ ਦਾ ਫਿਰ ਧਣੀ ਬਣ ਜਾਂਦਾ ਹੈ। ਉਹਨਾਂ ਨੂੰ ਮਾਲਕ ਵਾਹਿਗੁਰੂ ਪਰਮੇਸ਼ਰ ਆਪਣੀ ਨੇੜਤਾ ਬਖਸ਼ਿਸ਼ ਕਰ ਦਿੰਦਾ ਹੈ। ਸੋ ਸਾਧ ਸੰਗਤ ਜੀ, ਮੂਲ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਹੋਰ ਕਿਸੇ ਦੀ ਸ਼ਰਨ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ, ਕਿਸੇ ਦੀ ਟੇਕ ਪਕੜਨ ਦੀ ਜ਼ਰੂਰਤ ਨਹੀਂ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਕਿਸੇ ਦੇਵੀ ਦੇਵਤੇ ਦੀ, ਕਿਸੇ ਦੀ ਵੀ ਜਿਹੜੀ ਟੇਕ ਹੈ ਉਹ ਪਕੜਨ ਦੀ ਜ਼ਰੂਰਤ ਨਹੀਂ ਹੈ। ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਮੰਡਾਂ ਦੇ ਮਾਲਕ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਪਈਏ, ਜਿਸ ਦੇ ਅੱਗੇ ਸਾਰੇ ਹੀ ਹੱਥ ਜੋੜ ਕੇ ਖਲੋਤੇ ਰਹਿੰਦੇ ਹਨ, ਜਿਸ ਦੇ ਕੋਲੋਂ ਦਾਤਾਂ ਪ੍ਰਾਪਤ ਕਰਦੇ ਹਨ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਨੂੰ ਐਸੀ ਸੋਝੀ ਬਖਸ਼ਣ, ਗਿਆਨ ਬਖਸ਼ਣ, ਅਸੀਂ ਵੀ ਉਸ ਖੰਡਾਂ ਬ੍ਰਹਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਟੇਕ ਜਿਹੜੀ ਹੈ ਉਹ ਪਕੜੀਏ। ਆਓ ਸਾਧ ਸੰਗਤ ਜੀ, ਸਮੂਹ ਸੰਗਤ ਦਾ, ਸਮੂਹ ਪ੍ਰਬੰਧਕ ਜਨਾਂ ਦਾ ਦਾਸ ਵੱਲੋਂ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਔਰ ਪਰਲੋਕ ਸੁਹੇਲੇ ਹੋਵਣ। ਆਓ ਅਖੀਰਲੀਆਂ ਪੰਕਤੀਆਂ ਜੋ ਹਨ ਆਪਾਂ ਸਰਵਣ ਕਰੀਏ ਜੀ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨਾ। ਹਰ ਜੇਠ ਰੰਗੀਲਾ ਤਿਸ ਧਾਣੇ ਜਿਸ ਕੈ ਭਾਗ ਮਥਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।